ਤੁਹਾਡੇ ਲਈ ਮੈਡੀਕਲ ਔਖੀ ਹੈ? ਮੇਰੇ ਲਈ ਮੈਡੀਕਲ ਹਾਂ ਔਖੀ ਹੈ, ਓਬਵੀਅਸ ਜੀ ਗੱਲ ਹੈ। ਜੀ ਤਰਫ ਇਹ ਵੀ ਕਹਿਣਾ ਇੰਪੋਰਟੈਂਟ ਹੈ ਕਿ ਇੰਟਰਸਟ ਤਾਂ ਹਰ ਦੂਸਰੇ ਤੀਸਰੇ ਦਿਨ ਬਦਲ ਜਾਂਦੇ ਨੇ। ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਹੋਣਾ ਇੱਕ ਸਿਵਲ ਇੰਜੀਨੀਅਰ ਨਾਲੋਂ ਜ਼ਿਆਦਾ ਨੌਲੇਜ ਇੱਕ ਮਿਸਤਰੀ ਕੋਲ ਹੈ। ਕਿਤੇ ਨਾ ਕਿਤੇ ਐਜ਼ ਅ ਚਾਹੇ ਤੁਹਾਡੇ ਪਰਸੈਂਟੇਜ ਮਾਰਕਸ ਮੈਟਰ ਨਹੀਂ ਕਰਦੇ, ਤੁਹਾਡੀ ਸਕਿੱਲਸ ਮੈਟਰ ਕਰਦੀਆਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ। ਬੇਸਿਕਲੀ ਅੱਜ ਦੇ ਟਾਈਮ ਤੇ ਲੋਕ ਸੋਚਦੇ ਆ ਵੀ ਕਾਸ਼ ਮੈਂ ਪਹਿਲਾਂ ਆਪਣਾ ਆਹ ਕੰਮ ਸਹੀ ਕਰ ਲੈਂਦਾ ਨਾ ਤਾਂ ਅੱਜ ਜ਼ਿੰਦਗੀ ਦੇ ਪਤਾ ਨਹੀਂ ਕਿਹੜੇ ਲੈਵਲ ਤੇ ਹੋਣਾ ਸੀ। ਕਾਸ਼ ਜੇ ਮੈਂ ਉਸ ਟਾਈਮ ਤੇ ਆਹ ਕੰਮ ਨਾ ਕਰਦਾ ਤਾਂ ਸ਼ਾਇਦ ਅੱਜ ਮੇਰੇ ਆਹ ਹਾਲਾਤ ਹੁੰਦੇ। ਮਤਲਬ ਕਿ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਨਾ ਵੀ ਜ਼ਿੰਦਗੀ 'ਚ ਅੱਗੇ ਕੀ ਹੋਣਾ, ਅੱਜ ਸਾਡੀ ਜ਼ਿੰਦਗੀ ਹੋਰ ਵੀ ਬੈਟਰ ਹੋਣੀ ਸੀ। ਪਰ ਸੋਚਣ ਵਾਲੀ ਗੱਲ ਇਹ ਵੀ ਹੈ, ਜੇ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਫਿਰ ਹਾਰਦਾ ਕੌਣ, ਫਿਰ ਜ਼ਿੰਦਗੀ 'ਚ ਸਟਰਗਲ ਕੌਣ ਕਰਦਾ। ਤੇ ਇਹ ਚੀਜ਼ਾਂ ਹੁੰਦੀਆਂ ਨੇ ਮੇਨ ਸਾਡੇ ਫੈਸਲਿਆਂ ਤੇ ਡਿਪੈਂਡ ਕਰਦੀ ਹੈ ਸਾਡੀ ਜ਼ਿੰਦਗੀ। ਤੇ ਅੱਜ ਵੀ ਅਸੀਂ ਇਹੀ ਸੋਚਦੇ ਹਾਂ ਵੀ ਚਲੋ ਜੋ ਪਹਿਲਾਂ ਹੋ ਗਿਆ ਸੋ ਹੋ ਗਿਆ। ਅੱਜ ਕੁਝ ਇਦਾਂ ਦਾ ਹੋ ਸਕਦਾ ਕਿ ਜਿਹਦੇ ਕਰਕੇ ਅਸੀਂ ਕੁਝ ਇਦਾਂ ਦਾ ਕਰ ਲਈਏ ਜਿਹਦੇ ਕਰਕੇ ਸਾਡੀ ਆਉਣ ਵਾਲੀ ਜ਼ਿੰਦਗੀ ਦੇ ਫੈਸਲੇ 100% ਨਾ ਸਹੀ, ਕੁਝ ਚਾਂਸਸ ਹੋ ਸਕਦੇ ਕਿ ਉਹ ਸਹੀ ਹੋ ਜਾਣ। ਡੈਫੀਨੇਟਲੀ ਇਹ ਚੀਜ਼ਾਂ ਹੋ ਸਕਦੀਆਂ ਨੇ ਕੁਝ ਇਨਫੋਰਮੇਸ਼ਨ ਦੇ ਨਾਲ, ਕੁਝ ਨੌਲੇਜ ਦੇ ਨਾਲ। ਤੇ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਹੀ ਗੱਲ ਕਰਾਂਗੇ। ਤੇ ਇਹ ਚੀਜ਼ਾਂ ਪਤਾ ਲੱਗਦੀਆਂ ਜਦੋਂ ਕਿਸੇ ਨੇ ਜਾਂ ਤਾਂ ਐਕਸਪੀਰੀਅੰਸ ਕੀਤਾ ਹੋਵੇ ਜਾਂ ਦੂਜਿਆਂ ਦੇ ਐਕਸਪੀਰੀਅੰਸ ਤੋਂ ਸਿੱਖਿਆ ਹੋਵੇ ਤੇ ਜਾਂ ਫਿਰ ਖੁਦ ਪੜ੍ਹਿਆ ਹੋਵੇ ਜ਼ਿੰਦਗੀ ਨੂੰ। ਸੋ ਅੱਜ ਸਾਡੇ ਨਾਲ ਨੇ ਦੋ ਇਦਾਂ ਦੇ ਯੰਗਸਟਰ ਜੋ ਤੁਹਾਨੂੰ ਜ਼ਿੰਦਗੀ ਦੇ ਬਹੁਤ ਹੀ ਇੰਪੋਰਟੈਂਟ ਡਿਸੀਜਨਸ ਬਾਰੇ ਦੱਸਣਗੇ। ਸ਼ੁਰੂਆਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਧਰਮਨ, ਮੇਰਾ ਪਹਿਲਾ ਸਵਾਲ ਇਹੀ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਅਸੀਂ ਜ਼ਿੰਦਗੀ 'ਚ ਕਦੋਂ ਇੰਨੇ ਵੱਡੇ ਹੋ ਜਾਂਦੇ ਹਾਂ ਜਦੋਂ ਸਾਨੂੰ ਫੈਸਲੇ ਲੈਣ ਦੀ ਅਥਾਰਟੀ ਮਿਲ ਜਾਂਦੀ ਹੈ? ਤੁਹਾਡੇ ਅਕੋਰਡਿੰਗ ਕੀ ਲੱਗਦਾ? ਦੇਖੋ, ਫੈਸਲਾ ਹੈ ਨਾ ਜਿਹੜਾ ਇੱਕ ਉਹ ਬਹੁਤ ਹੀ ਇੰਪੋਰਟੈਂਟ ਪਾਰਟ ਹੁੰਦਾ ਆਪਣੀ ਲਾਈਫ ਦਾ, ਜਿਹੜਾ ਕਿ ਇੱਕ ਫਿਊਚਰ ਬਣਾਉਂਦਾ ਗਾ। ਬਟ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਅਸਲੀ ਅਥਾਰਟੀ ਆਉਂਦੀ ਹੈ ਨਾ, ਉਹ ਅਥਾਰਟੀ ਆਉਂਦੀ ਹੈ ਆਪਣੀ 10ਵੀਂ ਤੋਂ ਬਾਅਦ, 10th ਤੋਂ ਬਾਅਦ। ਜਦੋਂ ਇੱਕ ਹੁੰਦਾ ਗਾ ਬੰਦੇ ਨੂੰ ਕਿ ਯਾਰ ਹੁਣ ਮੈਥ ਨਹੀਂ ਹੋਏਗਾ, ਹੁਣ ਆਪਾਂ ਆਪਣੀ ਲਾਈਫ ਦੇ ਖੁਦ ਡਿਸੀਜ਼ਨ ਲੈ ਪਾਵਾਂਗੇ, ਠੀਕ ਹੈ। ਅਤੇ ਮੈਂ ਆਪਣੀ ਗੱਲ ਕਰਾਂ, ਮੈਨੂੰ ਵੀ ਇੱਦਾਂ ਹੀ ਸੀਗਾ ਜਦੋਂ ਮੈਂ 10th ਪਾਸ ਕੀਤੀ। ਉਸ ਟਾਈਮ ਮੈਨੂੰ ਹੋਇਆ ਵੀ ਲੈ ਵੀ ਹੁਣ ਤਾਂ ਆਪਣੀ ਮਨਮਰਜ਼ੀ ਦੇ ਫੈਸਲੇ ਕਰਾਂਗੇ। ਤਾਂ 10th ਤੋਂ ਬਾਅਦ ਮੇਰੇ ਅਕੋਰਡਿੰਗ ਬੰਦੇ ਕੋਲ ਇੱਕ ਅਥਾਰਟੀ ਆ ਜਾਂਦੀ ਹੈ ਇੱਕ ਯੰਗਸਟਰ ਕੋਲ ਕਿ ਉਹ ਡਿਸੀਜ਼ਨ ਲੈ ਸਕਦਾ ਗਾ। ਹਾਂਜੀ, ਪਰ ਨਾ ਜਿਵੇਂ ਹੁਣ ਕਿਹਾ ਕਿ ਜ਼ਿਆਦਾਤਰ ਜਿਹੜੇ ਇਹਨਾਂ ਨੇ ਕਿਹਾ ਕਿ 10ਵੀਂ ਤੋਂ ਬਾਅਦ ਹੀ ਹਰ ਇੱਕ ਯੰਗਸਟਰ ਨੂੰ ਇੱਕ ਅਥਾਰਟੀ ਮਿਲਦੀ ਹੈ ਵੀ ਹੁਣ ਅੱਗੇ ਕਿਹੜਾ ਸਟਰੀਮ ਚੂਜ਼ ਕਰਨਾ। ਮਤਲਬ ਪਹਿਲਾ ਫੈਸਲਾ ਜ਼ਿੰਦਗੀ ਦਾ ਬੰਦਾ ਉਹੀ ਲੈਂਦਾ ਜੀ। ਤਾਂ ਇੱਥੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਵੀ ਤੁਹਾਡਾ ਇਹ ਪਹਿਲਾ ਫੈਸਲਾ ਕਿਹਨੇ ਲਿਆ? ਤੋ ਮੇਰੀ ਲਾਈਫ ਦਾ ਸਭ ਤੋਂ ਪਹਿਲੇ ਜਦੋਂ 10th ਕੰਪਲੀਟ ਮੈਂ ਕੀਤੀ ਹੈ, ਉਸ ਤੋਂ ਬਾਅਦ ਮੇਰਾ ਇੱਕ ਤਾਂ ਫਰੀਡਮ, ਜਿਵੇਂ ਤਰਮਾਨ ਨੇ ਕਿਹਾ ਕਿ ਹਾਂਜੀ ਇੱਕ ਫਰੀਡਮ ਆ ਜਾਂਦੀ ਸਟੂਡੈਂਟ ਕੋਲ ਕਿ ਇੱਕ ਅਥਾਰਟੀ ਕਿ ਆਪਾਂ ਆਰਟਸ 'ਚ ਜਾਣਾ, ਕਮਰਸ 'ਚ ਜਾਣਾ ਜਾਂ ਮੈਡੀਕਲ ਜਾਂ ਨੋਨ ਮੈਡੀਕਲ। ਸੋ ਮੈਂ ਜਿਹੜਾ ਡਿਸੀਜ਼ਨ ਲਿਆ ਸੀ ਉਹ ਲਿਆ ਸੀ ਸੁਸਾਇਟੀ ਨੂੰ ਦੇਖ ਕੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਚੀਜ਼ ਦਾ ਸਭ ਤੋਂ ਜ਼ਿਆਦਾ ਸਕੋਪ ਹੋਏਗਾ ਉਸ ਚੀਜ਼ ਨੂੰ ਲੈ ਕੇ। ਅਤੇ ਕੁਛ ਹੱਦ ਤੱਕ ਕੁਛ ਇਨਵੋਲਵਮੈਂਟ ਮੇਰੇ ਪੇਰੈਂਟਸ ਦੀ ਵੀ ਸੀਗੀ ਅਤੇ ਉਸ ਕਰਕੇ ਮੈਂ ਆਪਣਾ ਡਿਸੀਜ਼ਨ ਲਿਆ ਸੀਗਾ ਅੱਗੇ ਸਟਰੀਮ ਚੂਜ਼ ਕਰਨ ਵਾਸਤੇ। ਤੁਸੀਂ ਮੰਨਦੇ ਹੋ ਕਿ ਤੁਹਾਡਾ ਡਿਸੀਜ਼ਨ ਕਿਤੇ ਨਾ ਕਿਤੇ ਸੁਸਾਇਟੀ ਤੋਂ ਇਨਫਲੂਐਂਸਡ ਸੀ? ਜੀ ਬਿਲਕੁਲ। ਅੱਛਾ, ਇੱਕ ਬਹੁਤ ਇੰਪੋਰਟੈਂਟ ਸਵਾਲ ਹੈ ਤੁਹਾਡੇ ਦੋਨਾਂ ਲਈ। ਤੁਹਾਨੂੰ ਅੱਜ ਕਿਤੇ ਨਾ ਕਿਤੇ ਕੁਝ ਪਰਸੈਂਟੇਜ ਤੱਕ ਇਹ ਲੱਗਦਾ ਵੀ ਤੁਹਾਡਾ ਡਿਸੀਜ਼ਨ ਸ਼ਾਇਦ ਹੀ ਕਿਤੇ ਹੋਰ ਸਟਰੀਮ ਚੂਜ਼ ਕੀਤਾ ਹੁੰਦਾ ਤਾਂ ਲਾਈਫ ਕੁਝ ਹੋਰ ਹੋਣੀ ਸੀ? ਮੈਨੂੰ ਲੱਗਦਾ ਜਿੱਥੇ ਮੈਂ ਇਸ ਟਾਈਮ ਹਾਂ, ਮੇਰਾ ਸਹੀ ਡਿਸੀਜ਼ਨ ਸੀਗਾ। ਮੈਂ ਇੱਕ ਸਹੀ ਪਲੈਟਫਾਰਮ ਦੇ ਥਰੂ ਜਾਂ ਸਹੀ ਮੈਨੂੰ ਅੱਗੇ ਤੇ ਅੱਗੇ ਨੋ ਡਾਊਟ ਜਿਹੜੀ ਚੀਜ਼ ਆਪਾਂ ਸਟਾਰਟ ਕੀਤੀ ਹੈ ਅੱਗੇ ਜਾ ਕੇ ਇੱਕ ਯੂ ਟਰਨ ਮਿਲ ਸਕਦਾ ਹੈ, ਠੀਕ ਹੈ। ਬਟ ਮੈਨੂੰ ਇੱਦਾਂ ਲੱਗਦਾ ਕਿ ਠੀਕ ਹੈ, ਜਿੰਨਾ ਵੀ ਮੈਂ ਚੂਜ਼ ਕੀਤਾ ਮੈਂ ਬਹੁਤ ਜ਼ਿਆਦਾ ਐਕਸਪਲੋਰ ਕੀਤਾ ਹੈ, ਮੈਂ ਸਿੱਖਿਆ ਹੈ। ਬੇਸ਼ੱਕ ਉਸ ਨੌਲੇਜ ਨੂੰ ਮੈਂ ਯੂਜ਼ ਨਹੀਂ ਕੀਤਾ ਬਟ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਓਪਰਚੁਨਿਟੀਜ਼ ਵੀ ਮਿਲੀਆਂ। ਹਾਂਜੀ ਧਰਮਾਨ, ਮੈਨੂੰ ਵੀ ਕਿਤੇ ਨਾ ਕਿਤੇ ਇਹੀ ਲੱਗਦਾ ਵੀ ਡਿਸੀਜ਼ਨ ਸਹੀ ਸੀਗਾ, ਕਿਉਂਕਿ ਮੈਂ ਹਮੇਸ਼ਾ ਸਟੱਡੀ ਤੋਂ ਹੀ, ਮਤਲਬ ਜਦੋਂ ਮੇਰੀ ਸੈਕੰਡਰੀ ਸਟੱਡੀ ਵੀ ਨਹੀਂ ਪੂਰੀ ਹੋਈ ਸੀ ਉਸ ਤੋਂ ਪਹਿਲਾਂ ਵੀ ਮੈਂ ਪ੍ਰੈਕਟੀਕਲ 'ਚ ਥੋੜ੍ਹਾ ਜਿਹਾ ਭਰੋਸਾ ਕਰਦਾ ਗਾ। ਅਤੇ ਮੈਂ ਪ੍ਰੈਕਟੀਕਲ ਸੀ ਸ਼ੁਰੂ ਤੋਂ, ਮੈਨੂੰ ਪਤਾ ਸੀਗਾ ਕਿ ਮੈਂ ਆਪਣੀ ਲਾਈਫ 'ਚ ਕੀ ਕਰਨਾ ਗਾ। ਤਾਂ ਮੈਨੂੰ ਕਿਤੇ ਨਾ ਕਿਤੇ ਲੱਗਦਾ ਗਾ ਕਿ ਡਿਸੀਜ਼ਨ ਮੈਂ ਸਹੀ ਲਿਆ, ਕਿਉਂਕਿ ਘਰ 'ਚ ਕੋਈ ਪੜ੍ਹਿਆ ਲਿਖਿਆ ਹੈ ਨਹੀਂ ਸੀਗਾ, ਤਾਂ ਮੈਂ ਆਪਣੇ ਡਿਸੀਜ਼ਨ ਖੁਦ ਲਿੱਤੇ ਸੀਗੇ ਉਸ ਟਾਈਮ। ਕਿਆ ਬਾਤ ਹੈ ਜੀ। ਪਰ ਤੁਹਾਨੂੰ ਇੱਕ ਗੱਲ ਸੁਣ ਕੇ ਸ਼ੌਕਿੰਗ ਲੱਗੇਗਾ ਕਿ ਅੱਜ ਦੇ ਟਾਈਮ ਤੇ 35% ਯੰਗਸਟਰਸ ਐਦਾਂ ਸੋਚਦੇ ਆ ਵੀ ਜੋ ਉਹਨਾਂ ਨੇ ਸਟਰੀਮ ਚੂਜ਼ ਕੀਤਾ ਸ਼ਾਇਦ ਉਹ ਗਲਤ ਚੂਜ਼ ਕਰ ਲਿਆ। ਜੀ। ਤੇ ਹੁਣ ਇਹ ਸਵਾਲ ਆ ਜਾਂਦਾ ਵੀ ਗਲਤ ਚੂਜ਼ ਕਰ ਲਿਆ। ਹੁਣ ਉੱਥੇ ਜਾਂ ਤਾਂ ਮੈਨੂੰ ਲੱਗਦਾ ਵੀ ਸੋਸਾਇਟੀ ਦਾ ਕਿਤੇ ਨਾ ਕਿਤੇ ਇਨਫਲੂਐਂਸ ਹੁੰਦਾ ਜਾਂ ਫਿਰ ਪੇਰੈਂਟਸ ਦਾ ਪ੍ਰੈਸ਼ਰ ਹੁੰਦਾ ਜਾਂ ਫਿਰ ਕਿਤੇ ਉਹਨੂੰ ਇੰਟਰਸਟ ਦੇ ਵਿੱਚ ਕਨਫਿਊਜ਼ਨ ਰਹਿੰਦੀ ਆ। ਇਹਦਾ ਕੋਈ ਪਰਟੀਕੂਲਰ ਜਾਂ ਮੈਂ ਕਹਾਂ ਕੋਈ ਫਿਕਸ ਰੀਜ਼ਨ ਸਾਨੂੰ ਵੀ ਨਹੀਂ ਪਤਾ। ਤਾਂ ਤੁਹਾਨੂੰ ਕੀ ਲੱਗਦਾ ਵੀ ਕੋਈ ਵੀ ਯੰਗਸਟਰ ਜੇਕਰ ਸਹੀ ਸਟਰੀਮ ਚੂਜ਼ ਕਰਨਾ ਚਾਹੇ ਤਾਂ ਕਿਸ ਤਰੀਕੇ ਨਾਲ ਚੂਜ਼ ਕਰ ਸਕਦਾ? ਕਿਉਂਕਿ ਸਾਡੇ ਕੋਲ ਰਾਸਤੇ ਇਹ ਹੈ, ਜਾਂ ਤਾਂ ਸਾਡੇ ਰਿਸ਼ਤੇਦਾਰ ਆ ਕੇ ਦੱਸਦੇ ਆ, ਠੀਕ ਹੈ ਜੀ, ਜਾਂ ਸਾਡੇ ਪੇਰੈਂਟਸ ਡਿਸਾਈਡ ਕਰਦੇ ਆ। ਤੁਹਾਡੇ ਅਕੋਰਡਿੰਗ ਵੀ ਇੱਕ ਸਹੀ ਸਟਰੀਮ ਕਿਵੇਂ ਚੂਜ਼ ਕੀਤਾ ਜਾ ਸਕਦਾ? ਵੈਸੇ ਮੈਨੂੰ ਲੱਗਦਾ ਕਿ ਜਦੋਂ ਆਪਾਂ ਸਟਰੀਮ ਚੂਜ਼ ਕਰਦੇ ਹਾਂ ਮੈਕਸੀਮਮ ਬੱਚਾ ਉਸ ਟਾਈਮ ਆਪਣੇ ਇੰਟਰਸਟ ਨੂੰ ਫੋਲੋ ਕਰ ਰਿਹਾ ਹੁੰਦਾ ਹੈ ਕਿ ਮੈਨੂੰ ਆਹ ਸਬਜੈਕਟ ਸਭ ਤੋਂ ਜ਼ਿਆਦਾ ਵਧੀਆ ਲੱਗ ਰਿਹਾ ਜਾਂ ਮੈਨੂੰ ਇਹ ਚੀਜ਼ ਸਭ ਤੋਂ ਜ਼ਿਆਦਾ ਇੰਟਰਸਟ ਹੈ ਮੇਰਾ। ਬਟ ਮੇਰਾ ਦੂਜੀ ਤਰਫ ਇਹ ਵੀ ਕਹਿਣਾ ਇੰਪੋਰਟੈਂਟ ਹੈ ਕਿ ਇੰਟਰਸਟ ਤਾਂ ਹਰ ਦੂਸਰੇ ਤੀਸਰੇ ਦਿਨ ਬਦਲ ਜਾਂਦੇ ਨੇ, ਠੀਕ ਹੈ। ਅਤੇ ਇਸ ਟਾਈਮ ਦੇ ਵਿੱਚ ਮੈਂ ਕਹਿੰਦੀ ਹਾਂ ਕਿ ਜਦੋਂ ਆਪਾਂ ਸਟਰੀਮ ਚੂਜ਼ ਕਰ ਰਹੇ ਹਾਂ ਜਾਂ ਆਪਣਾ ਡਿਸੀਜ਼ਨ ਲੈ ਰਹੇ ਹਾਂ ਤਾਂ ਕੁਛ ਇਨਵੋਲਵਮੈਂਟ ਆਪਾਂ ਪੇਰੈਂਟਸ ਦੀ ਵੀ ਲਵੇ, ਕਿਉਂਕਿ ਉਸ ਟਾਈਮ ਦੇ ਵਿੱਚ ਸਾਨੂੰ ਮੈਚੋਰਿਟੀ ਲੈਵਲ ਜਿਹੜੀ ਸਟੂਡੈਂਟ ਦੀ ਹੈ
ਉਹ ਇੰਨੀ ਜ਼ਿਆਦਾ ਨਹੀਂ ਹੁੰਦੀ ਹੈ। ਤੇ ਕਿਤੇ ਨਾ ਕਿਤੇ ਮੈਂ ਕਹਿ ਸਕਦੀ ਹਾਂ ਕਿ ਹਾਂ ਵੀ ਉੱਥੇ ਆਪਣੇ ਇੰਟਰਸਟ ਦੇ ਨਾਲ ਨਾਲ ਜੇ ਆਪਾਂ ਆਪਣੇ ਪੇਰੈਂਟਸ ਨੂੰ ਵੀ ਇਨਵੋਲਵ ਕਰੇ 70% ਅਗਰ ਉਹਨਾਂ ਦਾ ਡਿਸੀਜ਼ਨ ਹੈ ਤੇ ਉਹਨਾਂ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ ਤਾਂ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਣਾ ਚਾਹੀਦਾ ਹੈ। ਹਾਂਜੀ ਤਰਪਾਨ, ਤੁਹਾਨੂੰ ਕੀ ਲੱਗਦਾ ਕਿਵੇਂ ਇੱਕ ਸਹੀ ਸਟਰੀਮ ਚੂਜ਼ ਕੀਤਾ ਜਾ ਸਕਦਾ? ਸਟਰੀਮ ਦੇਖੋ, ਬਿਲਕੁਲ ਅਪਰਨਾ ਨੇ ਜਿਵੇਂ ਕਿਹਾ ਵੀ ਇੰਟਰਸਟ ਦੇਖੋ ਹੈ ਨਾ, ਸਭ ਤੋਂ ਪਹਿਲਾਂ ਤਾਂ ਵੀ ਤੁਸੀਂ ਅੱਗੇ ਲਾਈਫ ਦਾ ਗੋਲ ਕੀ ਹੈ, ਤੁਹਾਡਾ ਮਕਸਦ ਕੀ ਹੈ। ਤੇ ਇੱਕ ਬੁੱਕ ਵੀ ਹੈਗੀ ਹੈ ਇਕਿਗਾਈ ਬੁੱਕ ਬਾਰੇ ਪਤਾ ਹੋਣਾ। ਉਹ ਬੁੱਕ ਦਾ ਮਤਲਬ ਹੀ ਹੈ ਕਿ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਹੋਣਾ ਚਾਹੀਦਾ ਗਾ। ਪਹਿਲੀ ਗੱਲ ਤਾਂ ਤੁਹਾਨੂੰ ਇਹ ਕਲੀਅਰ ਹੋਣਾ ਚਾਹੀਦਾ ਗਾ ਕਿ ਤੁਸੀਂ ਅੱਗੇ ਲਾਈਫ ਦੇ ਵਿੱਚ ਕੀ ਕਰਨਾ ਗਾ। ਉਸ ਅਕੋਰਡਿੰਗ ਵੀ ਆਪਾਂ ਸਟਰੀਮ ਚੂਜ਼ ਕਰ ਸਕਦੇ ਹਾਂ, ਠੀਕ ਹੈ। ਤੇ ਥੋੜ੍ਹਾ ਜਿਹਾ ਮੈਂ ਸਟਰੀਮ ਨੂੰ ਥੋੜ੍ਹਾ ਦੱਸਣਾ ਚਾਹੁੰਦਾ ਬਰੀਫਲੀ 'ਚ। ਤੇ ਸਟਰੀਮ ਦੀ ਜੇ ਗੱਲ ਕਰਾਂ 10ਵੀਂ ਤੋਂ ਬਾਅਦ ਸਭ ਤੋਂ ਪਹਿਲੀ ਆਉਂਦੀ ਜੀ ਮੈਡੀਕਲ ਲਾਈਨ। ਤੇ ਮੈਡੀਕਲ ਲਾਈਨ ਦੇ ਵਿੱਚ ਜ਼ਿਆਦਾਤਰ ਲੋਕ ਉਹੀ ਜਾਂਦੇ ਆ ਜਿਹੜੇ ਕਿ ਥੋੜ੍ਹੇ ਜਿਹੇ ਪੜ੍ਹਾਕੂ ਹੁੰਦੇ ਆ ਨਾ ਟਾਈਪ, ਜਾਂ ਟੋਪਰਸ ਹੁੰਦੇ ਆ, ਉਹ ਬੰਦੇ ਹੀ ਜਾਂਦੇ ਆ। ਤੇ ਉਹ ਤੋਂ ਬਾਅਦ ਕਈਆਂ ਦਾ ਇੰਟਰਸਟ ਵੀ ਹੁੰਦਾ ਕਿ ਯਾਰ ਮੈਂ ਮੈਡੀਕਲ ਲਾਈਨ 'ਚ ਜਾਣਾ ਗਾ, ਕਿਸੇ ਨੂੰ ਸਾਇੰਟਿਸਟ ਬਣਨਾ ਗਾ, ਕਿਸੇ ਨੇ ਕੁਛ। ਫਿਰ ਉਸ ਤੁਹਾਡੇ ਲਈ ਮੈਡੀਕਲ ਔਖੀ ਹੈ? ਮੇਰੇ ਲਈ ਮੈਡੀਕਲ ਹਾਂ ਔਖੀ ਹੈ, ਓਬਵੀਅਸ ਜੀ ਗੱਲ ਹੈ। ਬਟ ਦੇਖਿਆ ਜਾਵੇ ਮੇਨ ਜੇ ਆਪਾਂ ਕਰਨ 'ਤੇ ਆਈਏ ਤਾਂ ਕੋਈ ਵੀ ਚੀਜ਼ ਇੰਪੋਸੀਬਲ ਵੀ ਔਖੀ ਨਹੀਂ ਨਹੀਂ ਹੈ, ਹੁੰਦੀ ਹੈਗੀ, ਬਿਲਕੁਲ। ਹੈ ਨਾ। ਮੇਨ ਗੱਲ ਇੰਟਰਸਟ ਹੈ, ਕਿਉਂਕਿ ਮੈਂ ਆਪਣੀ ਗੱਲ ਕਰਾਂ ਮੈਂ ਵੀ 10th 'ਚ ਟੌਪ ਕੀਤਾ ਸੀਗਾ। ਤੇ ਮੈਨੂੰ ਸੁਸਾਇਟੀ ਨੇ ਤੇ ਨਾਲ ਦੇ ਰਿਸ਼ਤੇਦਾਰਾਂ ਨੇ, ਜਿਵੇਂ ਤੁਸੀਂ ਕਿਹਾ ਵੀ ਇਨਫਲੂਐਂਸ ਹੋ ਗਏ, ਮੈਨੂੰ ਵੀ ਉਹਨਾਂ ਨੇ ਕਿਹਾ ਸੀ, ਕਹਿੰਦੇ ਮੈਡੀਕਲ ਯਾਰ ਨੋਨ ਮੈਡੀਕਲ ਹੀ ਲਈ। ਤੇ ਜਦੋਂ ਮੈਂ ਪਹਿਲੇ ਦਿਨ, ਮੈਨੂੰ ਅੱਜ ਵੀ ਯਾਦ ਹੈ ਪਹਿਲੇ ਦਿਨ ਜਦੋਂ ਮੈਂ ਮੈਡੀਕਲ ਵਾਲੀ ਕਲਾਸ 'ਚ ਗਿਆ ਸੀਗਾ ਨਾ, ਤਾਂ ਮੈਨੂੰ ਬੜਾ ਟਫ ਜਿਹਾ ਲੱਗਿਆ। ਮੈਂ ਕਿਹਾ ਬਾਈ ਇਹ ਕਿੱਥੇ ਪੰਗਾ ਲੈ ਲਿਆ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਨੋਨ ਮੈਡੀਕਲ 'ਚ ਗਿਆ, ਤੇ ਨੋਨ ਮੈਡੀਕਲ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲੋਕ ਮੈਥ ਤੋਂ ਛੁਟਕਾਰਾ ਪਾਉਂਦੇ ਆ। ਤਾਂ ਮੈਂ ਜਦੋਂ ਨੋਨ ਮੈਡੀਕਲ ਦੇ ਵਿੱਚ ਗਿਆ, ਉੱਥੇ ਮੈਨੂੰ ਮੈਥ ਦਾ ਪਹਿਲੇ ਹੀ ਲੈਕਚਰ ਮੈਥ ਦਾ ਸੀਗਾ, ਤੇ ਉੱਥੇ ਜਾ ਕੇ ਥੋੜ੍ਹਾ ਟਫ ਲੱਗਿਆ। ਤਾਂ ਮੇਰੇ ਅਕੋਰਡਿੰਗ ਜੇ ਤਾਂ ਬੰਦੇ ਨੇ ਮੰਨ ਲਓ ਤੁਹਾਨੂੰ ਟਫ ਚੀਜ਼ਾਂ ਪਸੰਦ ਨੇ, ਤੁਸੀਂ ਅੱਗੇ ਕੋਈ ਆਪਣਾ ਐਂਟਰੈਂਸ ਟੈਸਟ ਪਾਸ ਕਰਨਾ ਗਾ ਜਾਂ ਕੋਈ ਵਧੀਆ IPS IAS ਬਣਨਾ ਗਾ, ਤਾਂ ਤੁਹਾਨੂੰ ਪਤਾ ਉਹਦੇ ਲਈ UPSC ਟਫ ਚੀਜ਼ਾਂ ਚਾਹੀਦੀਆਂ ਗੀਆਂ। ਤੇ ਟਫ ਪਰ ਉਹ ਤਾਂ ਚੀਜ਼ਾਂ ਲਈ ਆਰਟਸ ਕਰਕੇ ਵੀ ਦੇ ਸਕਦੇ ਆ ਨਾ? ਆਰਟਸ ਕਰਕੇ ਵੀ ਦੇ ਸਕਦੇ ਆ, ਬਟ ਮੇਨ ਗੱਲ ਕਈ ਐਂਟਰੈਂਸ ਟੈਸਟ ਦੇ ਵਿੱਚ ਹੁੰਦੀ ਹੈ ਨਾ, ਉੱਥੇ ਰਿਕੁਆਇਰਮੈਂਟ ਹੁੰਦੀ ਹੈ ਕਿ ਹਾਂਜੀ ਤੁਹਾਡੇ ਮੈਥ, ਤੁਹਾਨੂੰ ਕੈਮਿਸਟਰੀ ਵੀ ਆਉਣੀ ਚਾਹੀਦੀ ਹੈ, ਤੁਹਾਨੂੰ ਫਿਜ਼ਿਕਸ ਵੀ ਹੈ। ਕਿਆ ਫਿਜ਼ਿਕਸ ਹੁੰਦੀ ਹੈ, ਜੀ। ਫਿਜ਼ਿਕਸ ਵੀ ਆਉਣੀ ਚਾਹੀਦੀ ਹੈ ਤੁਹਾਨੂੰ, ਠੀਕ ਹੈ। ਤੇ ਮੈਥ ਵੀ ਆਉਣੀ ਚਾਹੀਦੀ, ਉੱਥੇ ਇੰਪੋਰਟੈਂਟ ਹੈ ਇਹ ਚੀਜ਼। ਤੇ ਉਸ ਤੋਂ ਬਾਅਦ ਅਗਲੀ ਸਟਰੀਮ ਆਉਂਦੀ ਹੈ ਵੋਕੇਸ਼ਨਲ। ਵੋਕੇਸ਼ਨਲ ਮੇਰੇ ਅਕੋਰਡਿੰਗ ਪ੍ਰੈਕਟੀਕਲ ਜੇ ਹੋਣਾ ਗਾ ਤਾਂ ਸਭ ਤੋਂ ਬੈਸਟ ਸਟਰੀਮ ਹੈ, ਕਿਉਂਕਿ ਉਹਦੇ ਵਿੱਚ ਆਪਾਂ ਨੂੰ ਪ੍ਰੈਕਟੀਕਲ ਨੌਲੇਜ ਦਿੱਤੀ ਜਾਂਦੀ ਹੈ। ਵੋਕੇਸ਼ਨਲ ਦੇ ਵਿੱਚ ਜਿਵੇਂ ਇਲੈਕਟ੍ਰੋਨਿਕਸ ਹੋ ਗਿਆ, ਮਕੈਨੀਕਲ ਲਾਈਨ ਦੇ ਵਿੱਚ। ਤਾਂ ਮੇਰੇ ਅਕੋਰਡਿੰਗ ਵੋਕੇਸ਼ਨਲ ਜਿਹੜੇ ਬੰਦਿਆਂ ਨੂੰ ਇੰਟਰਸਟ ਹੈ, ਅੱਗੇ ਹੱਥੀਂ ਕੰਮ ਕਰਨ 'ਚ ਇੰਟਰਸਟ ਹੈ ਜਾਂ ਪ੍ਰੈਕਟੀਕਲ ਨੌਲੇਜ 'ਚ ਇੰਟਰਸਟ ਹੈ, ਉਹ ਬੰਦੇ ਵੋਕੇਸ਼ਨਲ ਚੂਜ਼ ਕਰ ਸਕਦੇ ਆ। ਤੇ ਉਸ ਤੋਂ ਬਾਅਦ ਲਾਸਟ 'ਚ ਆ ਗਈ ਜਿਹਨੂੰ ਆਪਾਂ ਸਭ ਤੋਂ ਡਾਊਨ ਮੰਨਦੇ ਹਾਂ, ਆਰਟਸ। ਬਹੁਤ ਸਾਰੇ ਪਰਸਨ ਇਹ ਸੋਚਦੇ ਹੈ ਕਿ ਯਾਰ ਮੈਂ ਤਾਂ ਆਰਟਸ ਲੈ ਲਈ, ਬਟ ਆਰਟਸ ਦੀ ਜੇ ਗੱਲ ਕਰੀਏ, ਆਰਟਸ ਇੱਕ ਕਹਿ ਲਓ ਜੀ ਕਿ ਇੱਕ ਐਦਾਂ ਦੀ ਸਟਰੀਮ ਹੈ, ਉੱਥੇ ਆਰਟ ਦਾ ਮਤਲਬ ਹੀ ਕਿ ਆਰਟਸ ਦਾ ਮਤਲਬ ਹੀ ਕੀ ਹੈ ਜੀ, ਆਰਟ ਮਤਲਬ ਤੁਸੀਂ ਸਿੰਗਿੰਗ ਲਾਈਨ ਵੀ ਚੂਜ਼ ਕਰ ਸਕਦੇ ਆ, ਤੁਸੀਂ ਉੱਥੇ ਡਿਜ਼ਾਇਨਿੰਗ ਵੀ ਸਿੱਖ ਸਕਦੇ ਆ, ਰਾਈਟਰ ਵੀ ਬਣ ਸਕਦੇ ਆ, ਐਕਟਰ ਵੀ ਬਣ ਸਕਦੇ ਆ, ਹਰ ਇੱਕ ਚੀਜ਼ ਕਰ ਸਕਦੇ ਆ, ਠੀਕ ਹੈ। ਮਤਲਬ ਕ੍ਰੀਏਟਿਵ ਮਾਈਂਡਸ ਆਉਂਦੇ ਆ ਉੱਥੇ? ਹਾਂ, ਕ੍ਰੀਏਟਿਵ ਮਾਈਂਡਸ ਹੁੰਦੇ ਆ ਉੱਥੇ। ਠੀਕ ਹੈ ਜੀ। ਤੇ ਇੱਕ ਰਹਿ ਗਈ ਆਈ ਥਿੰਕ ਕਮਰਸ, ਉਹਦੇ ਲਈ ਕੀ ਕਹਿਣਾ ਚਾਹੋਗੇ? ਹਾਂ, ਕਮਰਸ ਰਹਿ ਗਈ। ਬੈਂਕਿੰਗ ਸੈਕਟਰ ਤੇ ਤੇ ਇੱਕ ਆ ਗਈ ਆਪਣੀ ਕਮਰਸ, ਹੈ ਨਾ। ਤੇ ਕਮਰਸ ਜਿਹੜੇ ਬੰਦਿਆਂ ਨੇ ਅੱਗੇ ਆਪਣਾ ਬਿਜ਼ਨਸ ਲਾਈਨ ਦੇ ਵਿੱਚ ਜਾਣਾ ਗਾ ਜਾਂ ਫਿਰ ਬੈਂਕਿੰਗ ਲਾਈਨ ਦੇ ਵਿੱਚ ਜਾਣਾ ਗਾ, ਹੈ ਨਾ, ਜਿਨ੍ਹਾਂ 'ਚ ਬਿਜ਼ਨਸ ਦਾ ਇੰਟਰਸਟ ਹੈ, ਤਾਂ ਉਹਨਾਂ ਨੂੰ ਓਬਵੀਅਸ ਜੀ ਗੱਲ ਹੈ, ਉਹਨਾਂ ਨੂੰ ਕਮਰਸ ਚੂਜ਼ ਕਰਨੀ ਚਾਹੀਦੀ ਹੈ, ਕਿਉਂਕਿ ਉੱਥੇ ਆਪਾਂ ਨੂੰ ਥੋੜ੍ਹਾ ਜਿਹਾ ਅਕਾਊਂਟ ਬਾਰੇ ਵੀ ਨੌਲੇਜ ਹੋ ਜਾਂਦੀ ਹੈ, ਬਿਜ਼ਨਸ ਅੱਗੇ ਕਿੱਦਾਂ ਕਰਨਾ ਗਾ ਉਹਦੇ ਬਾਰੇ ਨੌਲੇਜ ਹੋ ਜਾਂਦੀ ਹੈ। ਅੱਛਾ, ਸਟਰੀਮ ਸਿਲੈਕਸ਼ਨ ਤੁਹਾਡੀ ਲਾਈਫ ਨੂੰ ਕਿਵੇਂ ਚੇਂਜ ਕਰਦਾ? ਮਤਲਬ ਇਹਦੇ ਵਿੱਚ ਲਾਈਫ 'ਚ ਕਿੱਡਾ ਕੁ ਵੱਡਾ ਰੋਲ ਹੁੰਦਾ ਵੀ ਮੈਂ ਸਟਰੀਮ ਚੂਜ਼ ਕਰ ਲਿਆ ਤੇ ਹੁਣ ਮੇਰੀ ਜ਼ਿੰਦਗੀ ਇਸ ਲੈਵਲ ਨਾਲ ਚੱਲੇਗੀ, ਇੱਦਾਂ ਦਾ ਕੁਛ ਹੁੰਦਾ? ਹਾਂਜੀ, ਜਿਵੇਂ ਮੈਂ ਅਗਰ ਨਾਰਮਲੀ ਗੱਲ ਕਰਾਂ, ਜਦੋਂ ਆਪਾਂ ਕੋਈ ਸਟਰੀਮ ਚੂਜ਼ ਕਰਦੇ ਹਾਂ, ਨੋ ਡਾਊਟ ਕਈ ਵਾਰ ਇੱਦਾਂ ਹੁੰਦਾ ਕਿ ਬੱਚੇ ਨੂੰ ਇੰਟਰਸਟ ਵੀ ਨਹੀਂ ਹੁੰਦਾ, ਪਰ ਪੇਰੈਂਟਸ ਦੇ ਕਹਿਣ ਨਾਲ ਕਿ ਹਾਂ ਵੀ ਅੱਗੇ ਬਹੁਤ ਸਕੋਪ ਹੋਏਗਾ, ਉਹ ਬੱਚਾ ਸਟਾਰਟ ਕਰ ਦਿੰਦਾ, ਕੰਟੀਨਿਊ ਕਰਨਾ ਸਟਾਰਟ ਕਰ ਦਿੰਦਾ। ਅਤੇ ਹੌਲੀ ਹੌਲੀ ਜਿੱਦਾਂ ਉਹ ਐਕਸਪਲੋਰ ਕਰਦਾ ਜਾਂਦਾ, ਉਹਨੂੰ ਪਤਾ ਲੱਗਦਾ ਹੁਣ ਇਹਦੇ ਨਾਲ ਅੱਗੇ ਹੋਰ ਡਿਗਰੀ ਦੇ ਵਿੱਚ ਜਾਂ ਹੋਰ ਕਿਹੜੇ ਪਲੈਟਫਾਰਮ ਮੈਨੂੰ ਮਿਲੂੰਗੇ, ਜਿਨ੍ਹਾਂ ਵਿੱਚੋਂ ਮੈਨੂੰ ਇੱਕ ਚੂਜ਼ ਕਰਨਾ ਪਏਗਾ। ਅਤੇ ਕਿਤੇ ਨਾ ਕਿਤੇ ਮੈਂ ਇਹ ਚੀਜ਼ ਕਹਿ ਸਕਦੀ ਹਾਂ ਕਿ ਆਪਣੀ ਸਟਰੀਮ ਦੇ ਨਾਲ ਸਾਨੂੰ ਅੱਗੇ ਕਾਫੀ ਜ਼ਿਆਦਾ ਹੈਲਪ ਮਿਲਦੀ ਹੈ, ਆਪਸ਼ਨਸ ਬਹੁਤ ਜ਼ਿਆਦਾ ਮਿਲਦੇ ਨੇ। ਜਿਵੇਂ ਤਰਮਾਨ ਨੇ ਹੁਣੇ ਐਕਸਪਲੇਨ ਕੀਤਾ ਹੈ ਹਰ ਸਟਰੀਮ ਨੂੰ, ਕਿ ਜਿਵੇਂ ਮੈਡੀਕਲ, ਆਪਣਾ ਨਰਸਿੰਗ ਜਾਂ ਆਪਣੀ ਡਾਕਟਰੀ ਫੀਲਡ ਦੇ ਵਿੱਚ ਜਾ ਸਕਦੇ ਹੋ, ਉੱਥੇ ਵੀ ਬਹੁਤ ਜ਼ਿਆਦਾ ਸਾਡੇ ਕੋਲ ਆਪਸ਼ਨਸ ਨੇ। ਟੀਚਿੰਗ ਲਾਈਨ ਦੇ ਵਿੱਚ ਵੀ ਜਾ ਸਕਦੇ ਹੋ, ਜ਼ਰੂਰੀ ਨਹੀਂ ਆਪਾਂ ਡਾਕਟਰ ਹੀ ਬਣਨਾ ਹੈ। ਅਤੇ ਸੇਮ ਹੈ ਨੋਨ ਮੈਡੀਕਲ, ਮੋਸਟ ਆਫ ਦਾ ਨੋਨ ਮੈਡੀਕਲ ਇਸ ਲਈ ਚੂਜ਼ ਕੀਤਾ ਜਾਂਦਾ ਕਿ ਜੇ ਤੁਸੀਂ ਕੋਈ ਐਂਟਰੈਂਸ ਐਗਜ਼ਾਮ ਵਗੈਰਾ ਕੁਆਲੀਫਾਈ ਕਰਨਾ ਹੈ, ਅਤੇ ਕਿਤੇ ਨਾ ਕਿਤੇ ਕਿਸੇ ਜੋਬ ਦੇ ਵਿੱਚ ਰਿਕੁਆਇਰਮੈਂਟਸ ਵੀ ਹੁੰਦੀਆਂ, ਅਤੇ ਮੇਰੇ ਅਕੋਰਡਿੰਗਲੀ ਸਟਰੀਮ ਜ਼ਰੂਰ ਮੈਟਰ ਕਰਦਾ। ਉਹਦੇ ਨਾਲ ਸਟੂਡੈਂਟ ਆਪਣੇ ਆਪ ਨੂੰ ਵੀ ਐਕਸਪਲੋਰ ਕਰਦਾ, ਕਹਿੰਦੇ ਨਾ ਕਿ ਇੱਕ ਮਾਈਂਡ ਕਾਫੀ ਜ਼ਿਆਦਾ ਡਿਵੈਲਪ ਹੁੰਦਾ ਹੈ ਕਿਤੇ ਨਾ ਕਿਤੇ, ਬੁੱਕਸ ਰੀਡ ਕਰਨ ਨਾਲ, ਉਸ ਔਰੇ ਦੇ ਵਿੱਚ ਆਉਣ ਦੇ ਨਾਲ ਕਾਫੀ ਚੀਜ਼ਾਂ ਸਟੂਡੈਂਟ ਵੀ ਸਿੱਖਦਾ ਹੈ। ਅਤੇ ਮੇਰੇ ਅਕੋਰਡਿੰਗਲੀ ਸਟਰੀਮ ਇਜ਼ ਮਸਟ।
ਜੀ ਡੈਫੀਨਿਟਲੀ। ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜਦੋਂ ਸਟਰੀਮ ਸਿਲੈਕਸ਼ਨ ਦੀ ਗੱਲ ਹੁੰਦੀ ਹੈ ਨਾ, ਤਾਂ ਤੁਹਾਡੀ ਗੱਡੀ ਪਟੜੀ ਤੋਂ ਚੱਲਦੀ ਇੱਕ ਜੰਕਸ਼ਨ ਤੇ ਆ ਜਾਂਦੀ ਹੈ। ਜੀ ਬਹੁਤ ਸਾਰੀਆਂ ਲਾਈਨਾਂ 'ਚੋਂ ਹੁਣ ਤੁਸੀਂ ਇੱਕ ਲਾਈਨ ਚੂਜ਼ ਕਰਨੀ ਹੈ। ਜੀ ਡੈਫੀਨਿਟਲੀ ਤੁਸੀਂ ਅੱਗੇ ਵੀ ਕਿਸੇ ਨਾ ਕਿਸੇ ਜੰਕਸ਼ਨ ਤੇ ਆ ਸਕਦੇ ਹੋ, ਉੱਥੋਂ ਚੇਂਜ ਵੀ ਕਰ ਸਕਦੇ ਹੋ, ਬਟ ਕਿਤੇ ਨਾ ਕਿਤੇ ਤੁਸੀਂ ਇੱਕ ਚੀਜ਼ ਦੇ ਵਿੱਚ ਨਾ ਫੋਕਸ ਕਰਨਾ ਸ਼ੁਰੂ ਕਰ ਦਿੰਦੇ ਹੋ। ਸਟਾਰਟਿੰਗ ਹੁੰਦੀ ਹੈ ਤੁਹਾਡੀ ਫੋਕਸ ਦੀ, ਲਾਈਫ ਨੂੰ ਐਕਸਪਲੋਰ ਕਰਨ ਦੀ ਸ਼ੁਰੂਆਤ ਹੁੰਦੀ ਹੈ ਹਨਾ। ਜੀ ਸੋ ਡੈਫੀਨਿਟਲੀ ਸਟਰੀਮ ਮੈਟਰ ਕਰਦਾ, ਬਟ ਜ਼ਿੰਦਗੀ ਮੈਂ ਕਹਾਂ ਵੀ ਸਟਰੀਮ ਤੇ ਡਿਪੈਂਡ ਨਹੀਂ ਹੋਏਗੀ। ਜੀ ਤੇ ਹੁਣ ਅੱਗੇ ਚੱਲਦੇ ਹਾਂ ਥੋੜਾ ਜਿਹਾ। ਤੁਸੀਂ ਬਹੁਤ ਵਧੀਆ ਦੱਸਿਆ ਵੀ ਹਾਂਜੀ ਕਿਸ ਤਰੀਕੇ ਨਾਲ ਸਹੀ ਸਟਰੀਮ ਚੂਜ਼ ਕੀਤਾ ਜਾ ਸਕਦਾ। ਡੈਫੀਨਿਟਲੀ ਸਟਰੀਮ ਨੂੰ ਐਕਸਪਲੇਨ ਕਰ ਦਿਓ, ਜਿਹਦੇ ਵਿੱਚ ਜੋ ਚੀਜ਼ਾਂ ਨੇ, ਜੇ ਤੁਹਾਨੂੰ ਪਤਾ ਲੱਗ ਗਿਆ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਨੂੰ ਕਿਸ ਚੀਜ਼ ਦੇ ਵਿੱਚ ਇੰਟਰਸਟ ਹੈ ਤੇ ਤੁਸੀਂ ਅੱਗੇ ਕੀ ਬਣ ਸਕਦੇ ਹੋ ਹਨਾ। ਹੁਣ ਇਹਦਾ ਡਿਸੀਜਨ ਜੋ ਉਸ ਤੋਂ ਵੀ ਇੰਪੋਰਟੈਂਟ ਕੁਐਸਚਨ ਹੈ ਕਿ ਇਹਦਾ ਡਿਸੀਜਨ ਲੈਣਾ ਕਿਹਨੂੰ ਚਾਹੀਦਾ, ਕਿਉਂਕਿ ਅਕਸਰ ਹੀ ਦੇਖਦੇ ਆਪਾਂ ਵੀ ਡਿਸੀਜਨ ਜਾਂ ਤਾਂ ਸੋਸਾਇਟੀ ਜਾਂ ਰਿਸ਼ਤੇਦਾਰ ਤੇ ਜਾਂ ਫਿਰ ਸਾਡੇ ਪੇਰੈਂਟਸ ਲੈਂਦੇ ਆ। ਬੱਚਾ ਤਾਂ ਡਿਸੀਜਨ ਬਹੁਤ ਘੱਟ ਲੈਂਦਾ, ਤੇ ਜਿਹੜੇ ਬੱਚੇ ਲੈਂਦੇ ਆ ਉੱਥੇ ਪੇਰੈਂਟਸ ਦੀ ਨਹੀਂ ਬਣਦੀ ਹੁੰਦੀ। ਜੀ ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਡਿਸੀਜਨ ਲੈਣਾ ਕਿਹਨੂੰ ਚਾਹੀਦਾ? ਮੇਰੇ ਅਕੋਰਡਿੰਗਲੀ ਜਿਵੇਂ ਹੁਣੇ ਕਿਹਾ ਕਿ ਹਾਂਜੀ ਆਪਣਾ ਸਟਰੀਮ ਚੂਜ਼ ਕਰਨ ਤੋਂ ਬਾਅਦ ਆਪਣੀ +2 ਹੋਣ ਤੋਂ ਬਾਅਦ ਆਪਾਂ ਇੱਕ ਜੰਕਸ਼ਨ ਤੇ ਪਹੁੰਚ ਗਏ। ਹੁਣ ਸਾਡੇ ਕੋਲ ਅੱਗੇ 4 ਪਲੇਟਫਾਰਮ ਨੇ ਕਿ ਬਿਕੋਜ਼ ਅੱਗੇ ਹਮ ਡਿਗਰੀ ਦੇ ਵਿੱਚ ਆਪਾਂ ਡਿਗਰੀ ਲੈਣ ਲਈ ਕਾਲਜ ਵਗੈਰਾ ਚੂਜ਼ ਕਰਨਾ ਸਟਾਰਟ ਕਰ ਦਿੰਦੇ ਹੈ ਨਾ। ਤੇ ਉੱਥੇ ਮੈਂ ਕਹਿ ਸਕਦੀ ਕਿ ਜਦੋਂ ਤੱਕ ਆਪਾਂ ਸਟਰੀਮ ਚੂਜ਼ ਕਰ ਰਹੇ 70% ਪੇਰੈਂਟਸ ਜਾਂ ਸੋਸਾਇਟੀ ਦੀ ਇਨਵੋਲਵਮੈਂਟ ਹੁੰਦੀ ਹੈ। ਪਰ ਜਿਵੇਂ ਆਪਾਂ ਡਿਗਰੀ ਦੇ ਵਿੱਚ ਐਂਟਰ ਕਰਦੇ ਉੱਥੇ ਇੱਕ ਸਟੂਡੈਂਟ ਨੂੰ ਵੀ ਫਰੀडम ਮਿਲ ਜਾਂਦੀ ਹੈ ਕਿ ਮੈਂ ਕਿਹੜੇ ਕਾਲਜ ਦੇ ਵਿੱਚ ਕਿਹੜੀ ਡਿਗਰੀ ਕਰਨੀ ਹੈ ਤੇ ਉਹਦੇ ਨਾਲ ਮੈਨੂੰ ਕੀ ਮਿਲੇਗਾ ਫਿਊਚਰ ਦੇ ਵਿੱਚ। ਉਹ ਕਿਤੇ ਨਾ ਕਿਤੇ ਅਥਾਰਟੀ ਸਟੂਡੈਂਟ ਦੇ ਕੋਲ ਆਉਣੀ ਸਟਾਰਟ ਹੋ ਜਾਂਦੀ ਹੈ। ਤੁਹਾਡਾ ਕੀ ਇਹਦੇ ਵਿੱਚ ਹੈ ਤਰਮਾਨ? ਮੇਰੇ ਅਕੋਰਡਿੰਗ ਤਾਂ ਦੇਖੋ ਅੱਗੇ ਡਿਗਰੀ ਜਿਹੜੀ ਆਪਾਂ ਜਿਵੇਂ ਤੁਸੀਂ ਹੁਣ ਕਿਹਾ ਵੀ 70% ਆਪਣੇ ਪੇਰੈਂਟਸ ਜਾਂ ਸੁਸਾਇਟੀ ਹੈ ਨਾ ਅੱਗੇ ਆਪਣੇ ਡਿਸੀਜ਼ਨ ਬਣਾਉਂਦੀ ਹੈ। ਬਟ ਮੈਂ ਇੱਕ ਚੀਜ਼ ਦੇਖਿਆ ਕਿ ਜਦੋਂ ਆਪਾਂ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਤਾਂ ਉੱਥੇ ਕਿਤੇ ਨਾ ਕਿਤੇ ਅਥਾਰਟੀ ਆਪਣੇ ਕੋਲ 50% ਵੱਜ ਜਾਂਦੀ ਹੈ ਕਿ ਯਾਰ ਬਿਲਕੁਲ ਹੁਣ ਮੈਂ ਆਪਣੀ ਮਨਪਸੰਦ ਦਾ ਕੋਰਸ ਲੈ ਸਕਦਾ ਗਾ। ਜੀ ਬਟ ਮੇਰੇ ਅਕੋਰਡਿੰਗ ਉੱਥੇ ਕਈ ਵਾਰ ਆਪਾਂ ਇਹ ਸੋਚਦੇ ਹਾਂ ਕਿ ਯਾਰ ਮੈਂ ਤਾਂ ਇੰਜੀਨੀਅਰਿੰਗ ਕਰਨੀ ਸੀ ਬਟ ਮੈਂ ਆਰਟਸ ਕੀਤੀ ਹੋਈ ਹੈ। ਹੂੰ ਆਪਾਂ ਇਹ ਵੀ ਸੋਚ ਲੈਂਦੇ ਹਾਂ। ਦੇਖੋ ਸਟਰੀਮ ਜਸਟ ਇੱਕ ਤੁਹਾਨੂੰ ਕਿਹਾ ਜੀ ਇੱਕ ਐਕਸਪੀਰੀਅੰਸ ਦੇ ਰਿਹਾ ਹੈਗਾ। ਮਤਲਬ ਤੁਹਾਡੀ ਟ੍ਰੇਨ ਦੀ ਪਟੜੀ ਇੱਕ ਜੰਕਸ਼ਨ ਤੇ ਪਹੁੰਚ ਗਈ। ਡੈਫੀਨਿਟਲੀ ਮਤਲਬ ਅੱਗੇ ਜਾ ਕੇ ਡਿਗਰੀ 'ਚ ਕੀ ਚੀਜ਼ ਹੈ, ਤੁਹਾਡੀ ਡਿਗਰੀ ਮੈਟਰ ਕਰੇਗੀ ਨਹੀਂ, ਉਹਦੇ ਬਾਰੇ ਡੈਫੀਨਿਟਲੀ ਤੁਸੀਂ ਦੱਸਿਓ। ਬਟ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕੁਐਸਚਨ ਹੈ ਜੀ ਕਿ ਇਦਾਂ ਕਿਉਂ ਹੁੰਦਾ ਹੈ ਕਿ ਸਟਰੀਮ ਦੇ ਵਿੱਚ ਬੱਚੇ ਕੋਲ ਘੱਟ ਅਥਾਰਟੀ ਹੁੰਦੀ ਹੈ ਚੂਜ਼ ਕਰਨ ਦੀ, ਡਿਗਰੀ 'ਚੋਂ ਵੱਧ ਜਾਂਦੀ ਹੈ? ਇਹਦਾ ਕੋਈ ਰੀਜ਼ਨ ਹੋਵੇ? ਇੱਥੇ ਦੇਖੋ ਮੈਂ ਇਹੀ ਆਨਸਰ ਕਰਨਾ ਚਾਹੂੰਗਾ ਕਿ ਅੱਜ ਦੇ ਜਿਹੜੇ ਯੰਗਸਟਰ ਹੈ ਨਾ ਉਹਨਾਂ ਦਾ ਕਿਤੇ ਨਾ ਇੰਟਰਸਟ ਚੇਂਜ ਹੁੰਦਾ ਰਹਿੰਦਾ ਗਾ। 2 ਦਿਨ ਬਾਅਦ 3 ਦਿਨ ਬਾਅਦ ਤੇ ਕਿਤੇ ਨਾ ਕਿਤੇ ਖੁੱਲ੍ਹ ਕੇ ਦੱਸ ਵੀ ਨਹੀਂ ਪਾਉਂਦੇ ਕਿ ਮੇਰਾ ਕਿਸ ਚੀਜ਼ 'ਚ ਇੰਟਰਸਟ ਹੈ। ਬਸ ਇੱਥੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਥੋੜ੍ਹਾ ਜਿਹਾ ਉਹ ਆਪਣੇ ਘਰਦਿਆਂ ਨਾਲ ਜ਼ਰੂਰ ਖੁੱਲ੍ਹਣ ਜਾਂ ਫਿਰ ਪੇਰੈਂਟਸ ਇੱਕ ਵਾਰੀ ਬੱਚੇ ਨਾਲ ਜ਼ਰੂਰ ਖੁੱਲ੍ਹਣ, ਉਹਨਾਂ ਦਾ ਦੇਖਣ ਇੰਟਰਸਟ ਵੀ ਕਿਸ ਚੀਜ਼ 'ਚ ਹੈ, ਫਿਰ ਉਹਦੇ ਅਕੋਰਡਿੰਗ ਹੀ ਅੱਗੇ ਕਰਨਾ। ਕਿਉਂਕਿ ਮੇਨ ਇੰਟਰਸਟ ਦੇਖਣਾ ਪੈਣਾ ਗਾ। ਅਤੇ ਤੁਹਾਨੂੰ ਪਤਾ ਅੱਜ ਦੇ ਟਾਈਮ ਦੇ ਅੰਦਰ ਇੱਕ ਸੋਸ਼ਲ ਮੀਡੀਆ ਲਗਾ ਲਓ ਜਾਂ ਫਿਰ ਜ਼ਿੰਦਗੀ ਇੰਨੀ ਜ਼ਿਆਦਾ ਉਹ ਹੋ ਚੁੱਕੀ ਹੈਗੀ ਜਿਹਦੇ ਕਰਕੇ ਆਪਾਂ ਟਾਈਮ ਹੀ ਨਹੀਂ ਕੱਢ ਪਾਉਂਦੇ ਆਪਾਂ ਬੱਚਿਆਂ ਨਾਲ ਜਾਂ ਫਿਰ ਬੱਚੇ ਪੇਰੈਂਟਸ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ। ਤਾਂ ਉੱਥੇ ਮੈਂ ਇਹੀ ਕਹੂੰਗਾ ਕਿ ਜੇ ਤਾਂ ਬੱਚਾ ਨਹੀਂ ਕਹਿ ਰਿਹਾ ਤਾਂ ਪੇਰੈਂਟਸ ਜ਼ਰੂਰ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰਨ। ਜੇ ਮੰਨ ਲਓ ਪੇਰੈਂਟਸ ਨਹੀਂ ਕਰ ਰਹੇ ਤਾਂ ਬੱਚੇ ਨੂੰ ਚਾਹੀਦਾ ਗਾ ਕਿ ਅੱਗੇ ਉਹ ਖੁੱਲ੍ਹ ਕੇ ਗੱਲ ਕਰੇ ਤਾਂ ਕਿ ਆਪਣਾ ਇੰਟਰਸਟ ਸ਼ੋਅ ਕਰੇ। ਕਿਉਂਕਿ ਬੇਸਿਕਲੀ ਦੇਖੋ ਹੁਣ ਤੁਹਾਨੂੰ ਪਤਾ ਜਿਵੇਂ ਟ੍ਰੇਨ ਇੱਕ ਜੰਕਸ਼ਨ 'ਤੇ ਆ ਗਈ ਨਾ, ਜਿਵੇਂ ਹੁਣੇ ਤੁਸੀਂ ਕਿਹਾ ਗਾ, ਤਾਂ ਉਹ ਤੋਂ ਬਾਅਦ ਅੱਗੇ ਆਪਾਂ ਨੇ ਲਾਈਫ ਨੂੰ ਅੱਗੇ ਹੋਰ ਐਕਸਪਲੋਰ ਕਰਨਾ ਹੁੰਦਾ ਗਾ। ਤਾਂ ਉੱਥੇ ਆਪਾਂ ਆਪਣੇ ਕੋਲ ਜ਼ਿਆਦਾਤਰ ਐਕਸਪੀਰੀਅੰਸ ਨਹੀਂ ਹੁੰਦਾ ਅਤੇ ਐਕਸਪੀਰੀਅੰਸ ਜਾ ਕੇ ਆਪਾਂ ਨੂੰ ਥੋੜ੍ਹੀ ਜਿਹੀ ਗ੍ਰੈਜੂਏਸ਼ਨ ਦੇ ਵਿੱਚ ਜਾ ਕੇ ਆਉਂਦਾ ਗਾ। ਡੈਫੀਨਿਟਲੀ ਤੁਸੀਂ ਸਟਰੀਮ ਦਾ ਵੀ ਦੱਸਤਾ, ਉਸ ਤੋਂ ਬਾਅਦ ਸਟਰੀਮ ਡਿਗਰੀ ਦੇ ਵਿੱਚ ਕਿੰਨਾ ਕੁ ਮੈਟਰ ਕਰਤਾ ਉਹ ਵੀ ਤੁਸੀਂ ਦੱਸ ਰਹੇ ਸੀ ਹਨਾ, ਵੀ ਸਟਰੀਮ ਇੰਨਾ ਜ਼ਿਆਦਾ ਮੈਟਰ ਨਹੀਂ ਕਰਦਾ ਕਿਉਂਕਿ ਆਰਟਸ ਵਾਲਾ ਇੰਜੀਨੀਅਰਿੰਗ ਕਰ ਸਕਦਾ, ਠੀਕ ਹੈ, ਵੋਕੇਸ਼ਨਲ ਵਾਲਾ ਕੋਈ ਵੀ ਸਟਰੀਮ ਚੂਜ਼ ਕਰ ਸਕਦਾ। ਸੋ ਜਿਵੇਂ ਤੁਸੀਂ ਸਟਰੀਮ ਬਾਰੇ ਦੱਸਿਆ ਸਟਰੀਮ ਬਹੁਤਾ ਮੈਟਰ ਨਹੀਂ ਕਰਦਾ, ਹਾਂਜੀ ਬਟ ਹੁਣ ਡਿਗਰੀ ਵੀ ਚੂਜ਼ ਕਰ ਲਈ ਕਿ ਡਿਗਰੀ ਸੋਚ ਸਮਝ ਕੇ ਚੂਜ਼ ਕਰਨੀ ਚਾਹੀਦੀ ਹੈ ਕਿਉਂਕਿ ਉਸ ਤੋਂ ਬਾਅਦ ਕਰੀਅਰ ਹੈ, ਤੇ ਕਿਤੇ ਡਿਗਰੀ ਮੈਟਰ ਕਰੇਗੀ ਜਾਂ ਫਿਰ ਉਹਦਾ ਵੀ ਸਟਰੀਮ ਵਾਲਾ ਹਾਲ ਹੀ ਹੈ ਵੀ ਮਤਲਬ ਜੋ ਮਰਜ਼ੀ ਚੂਜ਼ ਕਰ ਲਓ ਤੇ ਚੱਲ ਜਾਂਦਾ? ਹਾਂਜੀ ਨਹੀਂ ਤਮਾਮ। ਦੇਖੋ ਮੇਰੇ ਅਕੋਰਡਿੰਗ ਪੜ੍ਹਾਈ ਤਾਂ ਕਦੇ ਵੀ ਹੈ ਨਾ ਹੋਣੀ ਚਾਹੀਦੀ ਹੈ, ਐਜੂਕੇਸ਼ਨ ਲੈਣੀ ਚਾਹੀਦੀ ਹੈ ਕਿਉਂਕਿ ਐਜੂਕੇਸ਼ਨ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਬਟ ਥੋੜ੍ਹਾ ਜਿਹਾ ਨਾ ਮੈਂ ਡਿਗਰੀ ਬਾਰੇ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹੁੰਦਾ ਗਾ ਵੀ ਡਿਗਰੀ ਅੱਗੇ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਬਟ ਇਹਦੇ 2 ਆਨਸਰ ਹੈ। ਪਹਿਲਾ ਆਨਸਰ ਹੈ ਵੀ ਡਿਗਰੀ ਕਰਨੀ ਚਾਹੀਦੀ ਹੈ, ਉਹਦਾ ਮੈਂ ਆਨਸਰ ਦੇ ਦਿੰਦਾ। ਦੇਖੋ ਉੱਥੇ ਤੁਹਾਨੂੰ ਇੱਕ ਪ੍ਰੋਪਰ ਤਰੀਕੇ ਨਾਲ ਨਾ ਅਪਡੇਟ ਵਰਜ਼ਨ ਆ ਜਾਂਦਾ ਇੱਕ ਤਰ੍ਹਾਂ ਦਾ। ਮਤਲਬ ਜੋ ਤੁਸੀਂ +1 +2 'ਚ ਸਿੱਖਿਆ ਗਾ ਉਹਦਾ ਅਪਡੇਟ ਵਰਜ਼ਨ। ਸਿਖਾਉਣਾ ਤਾਂ ਉਹੀ ਚੀਜ਼ਾਂ ਗੀਆਂ ਬਟ ਤੁਹਾਨੂੰ ਇੱਕ ਐਕਸਪੀਰੀਅੰਸ ਵੀ ਆ ਜਾਂਦਾ ਤੁਹਾਡੇ ਕੋਲ, ਅਤੇ ਪਲੱਸ ਕਿਆ ਹੈ ਜੀ ਤੁਹਾਨੂੰ ਨੌਲੇਜ ਵੀ ਹੋਣੀ ਸਟਾਰਟ ਹੋ ਜਾਂਦੀ ਹੈ ਵੀ ਇੱਕੇ ਸਟਰੀਮ ਦੇ ਅੰਦਰ ਤੁਸੀਂ ਸਟੱਡੀ ਕਰਨਾ ਸਟਾਰਟ ਕਰ ਦੇਣੇ। ਬਟ ਅੱਜ ਦੇ ਟਾਈਮ ਦੇ ਵਿੱਚ ਮੈਂ ਦੇਖ ਰਿਹਾ ਗਾ ਬਹੁਤ ਸਾਰੇ ਪਰਸਨ ਹੈ ਜਿਹੜੇ +2 ਤੋਂ ਬਾਅਦ ਹੀ ਅੱਗੇ ਕੁਛ ਨਾ ਕੁਛ ਆਪਣਾ ਸਕਿੱਲਸ ਵਗੈਰਾ ਡਿਵੈਲਪ ਕਰ ਰਹੇ ਨੇ, ਤਾਂ ਉੱਥੇ ਵੀ ਕਰ ਰਹੇ ਨੇ। ਹੁਣ ਜੇ ਮੈਂ ਆਪਣੀ ਗੱਲ ਕਰਾਂ ਮੈਂ ਬੀਟੈਕ ਕੀਤੀ ਹੋਈ ਹੈ ਕੰਪਿਊਟਰ ਸਾਇੰਸ ਦੇ ਵਿੱਚ, ਠੀਕ ਹੈ। ਉਸ ਤੋਂ ਪਹਿਲਾਂ ਮੈਂ +1 +2 ਦੇ ਵਿੱਚ ਵੋਕੇਸ਼ਨਲ ਲਈ ਸੀਗੀ। ਬਟ ਮੈਂ ਇੱਕ ਚੀਜ਼ ਦੇਖੀ ਹੈ ਕਿ ਡਿਗਰੀ 'ਚ ਜਾ ਕੇ ਮੈਨੂੰ ਇੱਕ ਤਰ੍ਹਾਂ ਦੀ ਕਿਤਾਬੀ ਪੜ੍ਹਾਈ ਨਹੀਂ ਚਾਹੀਦੀ, ਉੱਥੇ ਥੋੜ੍ਹੀ ਪ੍ਰੈਕਟੀਕਲ ਨੌਲੇਜ ਵੀ ਚਾਹੀਦੀ ਹੈ। ਹੁਣ ਮੰਨ ਕੇ ਚਲੋ ਮੈਂ ਬੀਟੈਕ ਕਰ ਲਈ ਕੰਪਿਊਟਰ ਦੇ ਵਿੱਚ, ਬਟ ਮੈਂ ਕੰਪਿਊਟਰ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ, ਕਿਆ ਫਾਇਦਾ ਹੈ ਜੀ ਉਹਦਾ ਕੋਈ?
ਨਹੀਂ ਫਿਰ ਉਹ ਡਿਗਰੀ ਕਹਿ ਰਿਹਾ ਜੀ ਕਿ ਇੱਕ ਪੀਸ ਆਫ ਪੇਪਰ ਰਹਿ ਜਾਏਗੀ। ਐਟ ਦ ਸੇਮ ਜੇ ਮੈਂ ਸਿਵਲ ਇੰਜੀਨੀਅਰ ਕਰੀ ਹੈ, ਜੇ ਮੈਨੂੰ ਪਤਾ ਹੀ ਨਹੀਂ ਵੀ ਇੱਟ ਕਿੱਦਾਂ ਲਾਣੀ ਹੈ, ਪਤਾ ਹੀ ਨਹੀਂ ਲੱਗੇਗਾ। ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਹੋਣਾ ਇੱਕ ਸਿਵਲ ਇੰਜੀਨੀਅਰ ਨਾਲੋਂ ਜ਼ਿਆਦਾ ਨੌਲੇਜ ਇੱਕ ਮਿਸਤਰੀ ਕੋਲ ਹੈ। ਬਟ ਹੁਣ ਮੈਂ ਇਹ ਨਹੀਂ ਕਹੂੰਗਾ ਵੀ ਤੁਸੀਂ ਮਿਸਤਰੀ ਬਣ ਜਾਓ, ਠੀਕ ਹੈ, ਸਿਵਲ ਇੰਜੀਨੀਅਰ ਨਾ ਕਰੋ। ਬਟ ਕਿਤੇ ਨਾ ਕਿਤੇ ਕਿਹਾ ਹੈ ਜੀ, ਤੁਸੀਂ ਇੱਕ ਚੀਜ਼ ਦੇਖੋ ਕਿ ਮਿਸਤਰੀ ਕੋਲ ਐਜੂਕੇਸ਼ਨ ਨਹੀਂ ਹੈਗੀ ਅਤੇ ਸਿਵਲ ਇੰਜੀਨੀਅਰ ਕੋਲ ਐਕਸਪੀਰੀਅੰਸ ਨਹੀਂ ਹੈਗਾ। ਮੇਨ ਜਦੋਂ ਐਕਸਪੀਰੀਅੰਸ ਪਲੱਸ ਨੌਲੇਜ ਇਕੱਠੀ ਹੋ ਜਾਏਗੀ ਨਾ, ਉਸ ਟਾਈਮ ਤੁਸੀਂ ਵਧੀਆ ਕਰ ਸਕਦੇ। ਤੁਸੀਂ ਦੇਖੇ ਹੋਣੇ ਬਹੁਤ ਸਾਰੇ ਜਿਹੜੇ ਸਿਵਲ ਇੰਜੀਨੀਅਰ ਹੈ ਉਹ ਅੱਜ ਲੱਖਾਂ ਰੁਪਏ ਕਮਾ ਰਹੇ ਹੈ। ਸਮਝ ਆ ਰਹੀ? ਤਾਂ ਡਿਗਰੀ ਵੀ ਮੈਟਰ ਕਰਦੀ ਹੈ, ਪਰ ਡਿਗਰੀ ਦਾ ਮੈਟਰ ਇਹ ਨਹੀਂ ਹੋਣਾ ਚਾਹੀਦਾ ਕਿ ਪੀਸ ਆਫ ਪੇਪਰ। ਮੇਨ ਪ੍ਰੈਕਟੀਕਲ ਨੌਲੇਜ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਈਫ ਦਾ। ਅਤੇ ਕਿਤੇ ਨਾ ਕਿਤੇ ਐਕਸਪੀਰੀਅੰਸ ਕਦੋਂ ਆਉਂਦਾ ਗਾ, ਜਦੋਂ ਆਪਾਂ ਪ੍ਰੈਕਟੀਕਲ ਨੌਲੇਜ ਲੈਣੇ। ਅਤੇ ਸੇਮ ਮੈਂ ਸਾਰੇ ਸਟੂਡੈਂਟ ਜੋ ਹਾਲੇ ਡਿਗਰੀ ਕਰ ਰਹੇ, ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਕਿਤਾਬੀ ਕੀੜੇ ਨਾ ਬਣੋ। ਕਿਉਂਕਿ ਦੇਖੋ ਸਟੱਡੀ ਦੇ ਵਿੱਚ ਨਾ ਤੁਹਾਨੂੰ ਸਿਰਫ ਪਹਿਲਾਂ ਕੀ ਹੁੰਦਾ, ਪਹਿਲਾਂ ਲੈਸਨ ਸਿਖਾਇਆ ਜਾਂਦਾ ਗਾ, ਫਿਰ ਥਿਓਰੀਕਲ ਟੈਸਟ ਹੁੰਦਾ ਗਾ। ਜੀ ਬਟ ਰੀਅਲ ਲਾਈਫ ਦੇ ਵਿੱਚ ਪਹਿਲਾਂ ਟੈਸਟ ਹੁੰਦਾ ਗਾ, ਫਿਰ ਫਿਰ ਉਸ ਟੈਸਟ ਤੋਂ ਆਪਾਂ ਐਕਸਪੀਰੀਅੰਸ। ਸਿੱਖਦੇ ਹਾਂ। ਤਾਂ ਮੈਂ ਇਹੀ ਕਹੂੰਗਾ ਵੀ ਪਹਿਲਾਂ ਤੁਸੀਂ ਕਿਹਾ ਹੈ ਜੀ ਆਪਣਾ ਸਿੱਖਣਾ ਸਟਾਰਟ ਕਰੋ, ਫਿਰ ਅੱਗੇ ਟੈਸਟ 'ਤੇ ਤੇ ਵਰਕ ਜੇ ਕਰੋ। ਸਿੱਖਣ ਦੇ ਨਾਲ ਜੇ ਆਪਾਂ ਮਤਲਬ ਪਾਰਟ ਟਾਈਮ ਦੇ ਵਿੱਚ ਆਪਾਂ ਸਕਿੱਲਸ ਲੈ ਰਹੇ ਨਾ, ਪ੍ਰੈਕਟੀਕਲ ਸਕਿੱਲਸ ਲੈ ਰਹੇ, ਤਾਂ ਉਹ ਵੀ ਬਹੁਤ ਜ਼ਿਆਦਾ ਪਲੱਸ ਪੁਆਇੰਟ ਕਰਦੀ ਹੈ। ਜਿਵੇਂ ਬਿਲਕੁਲ ਜੀ, ਤੁਸੀਂ ਕਿਹਾ ਕਿ ਹਾਂਜੀ ਸਿਵਲ, ਜੇ ਉਹਦੇ ਮਿਸਤਰੀ ਦੇ ਕੋਲ ਡਿਗਰੀ ਨਹੀਂ ਹੈ, ਉਹਦੇ ਲਈ ਵੀ ਇੱਕ ਨੈਗੇਟਿਵ ਪੁਆਇੰਟ ਹੈ, ਠੀਕ ਹੈ। ਉਹਦੇ ਕੋਲ ਆਰਟ ਹੈ, ਉਹਦੇ ਕੋਲ ਟੈਲੈਂਟ ਹੈਗਾ ਹੈ, ਲੇਕਿਨ ਉਹਦੇ ਕੋਲ ਕਿਤੇ ਨਾ ਕਿਤੇ ਡਿਗਰੀ ਨਹੀਂ ਹੈ। ਅਤੇ ਸੇਮ ਐਜ਼ ਇਟ ਇਜ਼ ਜਿਹੜੇ ਸਟੂਡੈਂਟ ਕੋਲ ਡਿਗਰੀ ਹੈ ਬਟ ਉਹਦੇ ਕੋਲ ਨੌਲੇਜ ਨਹੀਂ ਹੈਗੀ ਹੈ, ਤੇ ਉਹ ਵੀ ਉਹਦੇ ਲਈ ਇੱਕ ਨੈਗੇਟਿਵ ਪੁਆਇੰਟ ਹੈ ਕਿ ਉਹ ਸਿਰਫ ਥਿਓਰਟੀਕਲ ਨੌਲੇਜ ਦੇ ਬਿਲਕੁਲ ਨਾਲ ਹੀ ਪ੍ਰੈਕਟੀਕਲ ਅੱਗੇ। ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਹੁਣ ਮੰਨ ਲਓ ਬਿਲਕੁਲ ਮੈਨੂੰ ਪ੍ਰੈਕਟੀਕਲ ਨੌਲੇਜ ਹੈ ਗੱਡੀ ਦੀ ਕਿ ਬਾਈ ਇਹ ਐਕਸਲੇਟਰ ਹੈ ਜੀ, ਬ੍ਰੇਕ ਹੈ ਜੀ, ਕਲੱਚ ਹੈ, ਬਟ ਮੈਂ ਚਲਾ ਕੇ ਨਹੀਂ ਦੇਖੀ, ਫਾਇਦਾ ਹੀ ਨਹੀਂ ਉਹਦਾ ਕੋਈ। ਜੀ। ਤਾਂ ਐਕਸਪੀਰੀਅੰਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਟਾਈਮ 'ਚ। ਤੇ ਕਿਤਾਬਾਂ ਦੇ ਵਿੱਚ ਪੜ੍ਹ ਕੇ ਆਪਾਂ ਉਹਨੂੰ ਸਿੱਖ ਨਹੀਂ ਸਕਦੇ, ਸਾਨੂੰ ਪ੍ਰੈਕਟੀਕਲ ਪ੍ਰੈਕਟੀਕਲ ਕਰਨਾ। ਹਾਂ ਬਿਲਕੁਲ, ਕਿਉਂਕਿ ਫੋਰਨ ਕੰਟਰੀ ਦੇ ਵਿੱਚ ਤੁਹਾਨੂੰ ਪਤਾ ਹੋਣਾ ਸਿਸਟਮ ਕੀ ਹੈ ਕਿ ਉੱਥੇ ਬੱਚੇ ਪੜ੍ਹਦੇ ਵੀ ਹੈ, ਨਾਲ ਸਾਈਡ ਬਾਏ ਸਾਈਡ ਕੁਛ ਨਾ ਕੁਛ ਆਪਣਾ ਕੰਮ ਵੀ ਕਰ ਰਹੇ ਨੇ। ਤਾਂ ਮੇਰੇ ਅਕੋਰਡਿੰਗ ਇਹੀ ਹੋਣਾ ਚਾਹੀਦਾ ਕਿ ਪ੍ਰੈਕਟੀਕਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਛਾ, ਇੱਥੇ ਇੱਕ ਸਵਾਲ ਤੁਹਾਡੇ ਲਈ ਕਿ ਤੁਹਾਡੀ ਡਿਗਰੀ ਨੇ ਤੁਹਾਡੇ ਕੈਰੀਅਰ ਦੇ ਵਿੱਚ ਹੈਲਪ ਕੀਤੀ ਹੈ? ਜੇ ਕੀਤੀ ਹੈ ਤਾਂ ਕਿਵੇਂ? ਤੇ ਦੂਜਾ ਤੁਸੀਂ ਕਿਹਾ ਨਾ ਵੀ ਡਿਗਰੀ ਦੇ ਨਾਲ ਕੋਈ ਸਕਿੱਲ ਸਿੱਖ ਲਓ, ਤੁਸੀਂ ਕੁਝ ਕੀਤਾ ਇਦਾਂ ਦਾ? ਜੀ ਤਰਮਾਨ। ਡਿਗਰੀ ਦੇ ਨਾਲ ਦੇਖੋ ਐਕਸਪੀਰੀਅੰਸ ਬਹੁਤ ਜ਼ਿਆਦਾ ਮੈਟਰ ਕਰਦਾ ਗਾ, ਕਿਉਂਕਿ ਮੈਂ ਵੀ ਡਿਗਰੀ ਕੀਤੀ ਹੈ, ਬਟ ਉਹ ਡਿਗਰੀ ਪੀਸ ਆਫ ਪੇਪਰ ਹੈ ਜੀ। ਬਟ ਕੰਮ ਕਿਆ ਹੈ ਜੀ ਮੇਰੇ ਐਕਸਪੀਰੀਅੰਸ ਕੰਮ ਆਏਗਾ, ਜੋ ਮੈਂ ਉਸ ਚੀਜ਼ 'ਚੋਂ ਸਿੱਖਿਆ, ਜੋ ਉਸ ਚੀਜ਼ 'ਚੋਂ ਨੌਲੇਜ ਲਈ ਹੈ। ਤਾਂ ਮੇਰੇ ਅਕੋਰਡਿੰਗ ਤਾਂ ਉਹੀ ਹੈ ਕਿ ਐਕਸਪੀਰੀਅੰਸ ਹਮੇਸ਼ਾ ਕੰਮ ਆਉਂਦਾ ਗਾ। ਅਤੇ ਤੁਸੀਂ ਇੱਕ ਕੋਟਸ ਵੀ ਸੁਣਿਆ ਹੋਣਾ, ਕਹਿੰਦੇ ਸਕਸੈਸ ਕਮਸ ਫਰੋਮ ਐਕਸਪੀਰੀਅੰਸਿਸ ਐਂਡ ਐਕਸਪੀਰੀਅੰਸਿਸ ਕਮਸ ਫਰੋਮ ਬੈਡ ਐਕਸਪੀਰੀਅੰਸਿਸ। ਤਾਂ ਸ਼ੁਰੂ 'ਚ ਜਦੋਂ ਆਪਾਂ ਕਿਤੇ ਨਾ ਕਿਤੇ ਕੰਮ ਕਰਦੇ ਹਾਂ ਨਾ, ਤਾਂ ਆਪਾਂ ਨੂੰ ਦਿੱਕਤਾਂ ਆਉਂਦੀਆਂ ਹੈਗੀਆਂ, ਕੁਛ ਵਧੀਆ ਐਕਸਪੀਰੀਅੰਸ ਵੀ ਹੋਣਗੇ, ਕੁਛ ਮਾੜੇ ਐਕਸਪੀਰੀਅੰਸ ਵੀ ਹੋਣਗੇ। ਬੇਸਿਕਲੀ ਜਦੋਂ ਜਿਹੜੇ ਕਾਲਜ ਸਟੂਡੈਂਟ ਹੁੰਦੇ ਆ ਨਾ, ਜਿਹੜੇ ਹਾਂਜੀ ਪੜ੍ਹਾਕੂ ਬੱਚੇ ਹੁੰਦੇ ਆ ਬੇਸਿਕਲੀ, ਬਿਲਕੁਲ ਜਿਨ੍ਹਾਂ ਦੇ 90-95% ਵਾਲੀ ਲਾਈਨ 'ਚ ਹੁੰਦੇ ਆ, ਉਹਨਾਂ ਦਾ ਕਿਤੇ ਨਾ ਕਿਤੇ ਵਹਿਮ ਹੁੰਦਾ ਕਿ ਅਸੀਂ ਨਾ ਨਾਰਮਲ ਬੱਚਿਆਂ ਨਾਲੋਂ ਕਿਤੇ ਬਹੁਤ ਅੱਗੇ ਆ, ਫਸਟ ਵੈਂਚਰਸ ਆ, ਹਾਂਜੀ ਤੇ ਸਾਡੇ ਲਈ ਜਿਹੜੀ ਪਲੇਸਮੈਂਟ ਆ ਉਹ ਤਾਂ ਪਹਿਲਾਂ ਤੋਂ ਹੀ ਰਿਜ਼ਰਵ ਹੈ ਵੀ ਸਾਨੂੰ ਤਾਂ ਮਿਲ ਹੀ ਜਾਣੀ ਆ, ਪੈਕੇਜ ਮਿਲਣਗੇ, ਠੀਕ ਹੈ। ਤੇ ਜੇ ਨਾਰਮਲ ਜੌਬ ਵੀ ਕਰਨ ਜਾਵਾਂਗੇ ਨਾ, ਐਜ਼ ਐਨ ਇੰਟਰਵਿਊ ਦੇਣ ਵੀ ਜਾਵਾਂਗੇ, ਤਾਂ ਵੀ 20-25 ਹਜ਼ਾਰ ਤਾਂ ਮਿਨੀਮਮ ਸਾਨੂੰ ਮਿਲ ਹੀ ਜਾਏਗਾ, ਕਿਉਂਕਿ ਸਾਡੇ ਕੋਲ ਇੱਕ ਡਿਗਰੀ ਹੈ ਜਿਹਦੇ ਤੇ 95% ਲਿਖਿਆ ਹੋਇਆ। ਬਿਲਕੁਲ। ਤੇ ਤੁਹਾਡੇ ਨਾਲ ਕੁਝ ਇਦਾਂ ਦਾ ਸਿਨੈਰੀਓ ਹੋਇਆ ਹੋਵੇ ਵੀ ਤੁਹਾਡੀ ਇਹ ਚੀਜ਼ ਕੰਪਲੀਟ ਜਾਂ ਫੁੱਲਫਿਲ ਹੋਈ ਹੋਵੇ, ਜਾਂ ਫਿਰ ਵਹਿਮ ਹੀ ਟੁੱਟਿਆ ਹੋਵੇ, ਕੁਝ ਇਦਾਂ ਦਾ? ਹਾਂਜੀ ਪਰਨਾ। ਬਿਲਕੁਲ ਇਹ ਚੀਜ਼ ਮੈਂ ਐਕਸਪੀਰੀਅੰਸ ਕੀਤੀ ਹੈ ਜਦੋਂ ਮੈਂ ਸਾਡੇ ਕਾਲਜ ਕੈਂਪਸ 'ਤੇ ਪਲੇਸਮੈਂਟਸ ਹੋ ਰਹੀ ਸੀਗੀ, ਅਤੇ ਉਸ ਟਾਈਮ ਦੇ ਵਿੱਚ ਮੈਂ ਇਹ ਚੀਜ਼ ਰਿਅਲਾਈਜ਼ ਕੀਤੀ ਹੈ ਕਿ ਚਾਹੇ ਤੁਸੀਂ ਫਰੈਸ਼ਰ ਹੋ, ਤੁਹਾਡੇ ਪਰਸੈਂਟੇਜ 'ਤੇ ਨਹੀਂ, ਤੁਹਾਡੀ ਸਪੀਕਿੰਗ ਸਕਿੱਲਸ, ਤੁਸੀਂ ਕਿਵੇਂ ਗੱਲ ਕਰ ਰਹੇ ਹੋ, ਤੁਸੀਂ ਕਿੱਦਾਂ ਅਟੈਂਪਟ ਕਰ ਰਹੇ ਹੋ, ਅਤੇ ਉੱਥੇ ਨਾ ਤੁਹਾਡੀ ਪ੍ਰੈਕਟੀਕਲ ਨੌਲੇਜ ਪੁੱਛੀ ਜਾਂਦੀ ਹੈ। ਅਤੇ ਐਜ਼ ਅ ਫਰੈਸ਼ਰ ਨਾ ਤੁਹਾਨੂੰ ਉਵੇਂ ਦੀ ਹੀ ਸੈਲਰੀ ਮਿਲੇਗੀ ਜਿਵੇਂ ਸਾਰਿਆਂ ਨੂੰ ਮਿਲ ਰਹੀ ਹੈ, ਕਿਉਂਕਿ ਇੱਕ ਬੌਸ ਕਦੇ ਨਹੀਂ ਚਾਹੇਗਾ ਕਿ ਇੱਕ ਫਰੈਸ਼ਰ ਜਿਹੜਾ ਹਾਲੇ ਸਿੱਖ ਰਿਹਾ ਹੈ, ਅਤੇ ਉਹਨੇ ਸਿੱਖਣਾ ਹਾਲੇ ਉਹਦੇ ਲਈ 2 ਸਾਲ ਲਗਾ ਦੂਗਾ, ਸਿੱਖਣ ਦੇ ਨਾਲ ਐਕਸਪੀਰੀਅੰਸ ਗੇਨ ਕਰੂਗਾ। ਉਹਨੂੰ ਇੱਦਾਂ ਦਾ ਪਰਸਨ ਚਾਹੀਦਾ ਜਿਹੜਾ ਉਹਦੀ ਕੰਪਨੀ ਨੂੰ ਅਪ ਲੈਵਲ 'ਤੇ ਲੈ ਕੇ ਜਾਏ। ਅਤੇ ਮੇਰੇ ਅਕੋਰਡਿੰਗਲੀ ਇਹ ਕਿਤੇ ਨਾ ਕਿਤੇ ਐਜ਼ ਚਾਹੇ ਤੁਹਾਡੇ ਪਰਸੈਂਟੇਜ ਮਾਰਕਸ ਮੈਟਰ ਨਹੀਂ ਕਰਦੇ, ਤੁਹਾਡੀ ਸਕਿੱਲਸ ਮੈਟਰ ਕਰਦੀਆਂ ਕਿ ਤੁਹਾਡੇ ਕੋਲ ਐਕਸਪੀਰੀਅੰਸ ਅਤੇ ਸਕਿੱਲਸ ਕਿੱਦਾਂ ਦੀਆਂ। ਤੁਹਾਡੀ ਗ੍ਰੈਜੂਏਸ਼ਨ 'ਚ ਕਿੰਨੇ ਪਰਸੈਂਟੇਜ ਆਏ ਸੀ? ਅਪਰੋਕਸੀਮੇਟਲੀ 5। ਤੁਹਾਨੂੰ ਕਿੰਨਾ ਆਫਰ ਹੋਇਆ ਸੀ? 8500। ਤੁਹਾਡੀ ਡਿਗਰੀ ਤੇ ਕਿੰਨਾ ਖਰਚਾ ਹੋਇਆ ਸੀ? ਆਲਮੋਸਟ ਲੱਖ।